सो उस जिहड़ी प्रतिबद्धता है वो ज़्यादा इंपॉर्टेंट हुंदी है अखरां नूं अगे पिछे करन तो बाद। और रजिंदर सिंह ढड्डा इनू मैं पेंडू लोगों का लेखक मानदा, इनू मैं किसानां दा, दलितां दा, मजदूरां दा लेखक मानदा। उंज इन्हां दा बहुत समा जिहड़ा है वो विद्यक अदारियां विच भी, खेड दे मैदानां विच भी गुजरिया है। इन्होंने काफ़ी घूम फिर के देख लिया। और इस किस्म का जिहड़ा व्यक्ति हुंदा ना, उहदा विजन, उहदा दृष्टिकोण अपने आप ही विशाल हो जाता है। जो इस किस्म का व्यक्ति कोई उस धरातल को गल करेगा उपर लेवल की, उपरों दुनिया होर तरह दिसती है, थल्लों होर तरह दिसती है। सो जो किसी को एक वाइड एक्सपीरियंस होवे, तजर्बा होवे, अनुभव होण उहदे वखरे वखरे, उस किस्म के व्यक्ति की गल सुनन नूं बदो बदी चित करता है। सो मित्रता जिहड़ी है वो इहदे च जिहड़ा ये व्यक्ति है, क्योंकि मैं इहनूं नेड़े तो देखिया, नैतिक कदरां कीमतां नाल बचा होया, ये बड़ा भावुक ते जज्बाती किस्म का इंसान है, जिन्ने नकली जिंदगी नहीं जी, असली जिंदगी जी है। और जिंदगी जिउंदियां कलम फड़ी रखी हाथ दे विच। बल्ली होनी कह के गए ने एक लंबी कहानी, मैं भी इन्हू लंबी कहानी मानता, क्योंकि नावल शुरू हुंदा जिथे सिंदरी दे उत्ते बलात्कार हुंदा, उस बलात्कार तो लैके बच्चे दे जन्म होने तक 9 महीने का गैप। ਤੁਹਾਨੂੰ ਕਿਸੇ ਨੂੰ ਇਹ ਨਹੀਂ ਲੱਗਿਆ ਵੀ ਉਹ 9 ਮਹੀਨੇ ਦੇ ਗੈਪ ਦੇ ਵਿੱਚ ਅਸੀਂ ਕੀ ਕੀਤਾ, ਅਸੀਂ ਕੀ ਪੜਿਆ? ਉਸ 9 ਮਹੀਨੇ ਦੇ ਗੈਪ 'ਚ ਕਿੰਨੀਆਂ ਕੁ ਵੱਡੀਆਂ ਘਟਨਾਵਾਂ ਹੋਈਆਂ, ਕਿੰਨਾ ਕੁਛ ਹੋਇਆ। ਕਿਸੇ ਰਚਨਾ ਨੂੰ ਜਦੋਂ ਅਸੀਂ ਚੁਣਦੇ ਹਾਂ ਵੀ ਸਬਜੈਕਟ ਆ ਸਾਡੇ ਮਨ ਦੇ ਵਿੱਚ, ਅਸੀਂ ਇੱਕ ਰਾਈਟਰ ਜਿਹੜਾ ਨਾ, ਇੱਕ ਲੇਖਕ ਜਿਹੜਾ ਹੈ, ਉਹ ਯਾਰ ਇੱਥੋਂ ਚੱਲਣਾ ਹੈ ਤੇ ਇੱਥੇ ਤੱਕ ਪਹੁੰਚਣਾ ਹੈ। ਤੇ ਪਹੁੰਚਣਾ ਇੱਦਾਂ भी छिंदरी उत्ते बलवीर सिंह अत्याचार करता तो बलवीर सिंह की कुड़ी जिहड़ी है मुंडे नाल फस जाए तो यह गल थोड़ी जी बैलेंस हो जाती है। ये एक आदर्शक सोच है। इस गल का मैनूं लग्या भी ये इदां दी एक इक्वेशन बनी है। ये दलित नावल नहीं है, ये सिर्फ एक मजबूर औरत की कहानी है
ਉਹ ਮੈਨੂੰ ਲੱਗਦਾ ਵੀ ਜੇ ਬਲਬੀਰ ਸਿੰਘ ਜਿੰਨਾ ਹਿਰਸੀ ਬੰਦਾ ਆ, ਉਹਦੇ 'ਚ ਕੋਈ ਆਪਣੀ ਰਿਸ਼ਤੇਦਾਰ ਵੀ ਹੁੰਦੀ, ਕੋਈ ਲੇਡੀ ਇਹੋ ਜੀ, ਕਿਸੇ ਦੀ ਬੱਚੀ ਹੁੰਦੀ, ਉਹਦੀ ਭਤੀਜੀ ਵੀ ਹੁੰਦੀ ਕੋਈ, ਤਾਂ ਉਹਨੂੰ ਮਾਫ ਨਾ ਕਰਦਾ ਉਹ। ਸਭ ਤੋਂ ਪਹਿਲਾਂ ਤਾਂ ਇੱਥੇ ਆਉਣ ਤੇ ਮੈਂ ਲੱਖ ਲੱਖ ਵਧਾਈ ਦਿੰਦਾ ਹਾਂ ਕਿ ਤੁਸੀਂ ਆਪਣੇ ਬਹੁਤ ਹੀ ਰੁਝੇਵਿਆਂ ਦੇ ਵਿੱਚੋਂ ਟਾਈਮ ਕੱਢ ਕੇ ਮੇਰੇ ਇੱਕ ਛੋਟੇ ਜਿਹੇ ਉਪਰਾਲੇ ਦੇ ਉੱਤੇ ਚਰਚਾ ਕਰਨ ਲਈ ਇੱਥੇ ਆਏ ਹਾਂ, ਤਾਂ ਮੈਂ ਬਹੁਤ ਬਹੁਤ ਤੁਹਾਡਾ ਧੰਨਵਾਦੀ ਹਾਂ। ਜਿੱਥੋਂ ਤੱਕ ਇਹ ਜ਼ਰੂਰ ਮੈਂ ਐਕਸੈਪਟ ਕਰਦਾ ਕਿ ਮੇਰੇ ਵਿੱਚ ਕਾਹਲ ਹੈ, ਕਿਉਂਕਿ ਜੋ ਚੀਜ਼ ਮੈਨੂੰ ਚੰਗੀ ਲੱਗਦੀ ਆ ਮੈਂ ਉਹ ਹੀ ਲਿਖਦਾ। ਇੱਥੇ ਬੜੀਆਂ ਮਤਲਬ ਚਰਚਾ, ਪਰ ਇੱਕ ਚੀਜ਼ ਦੇ ਵਿੱਚ ਉਹਦਾ ਮੈਨੂੰ ਤਸੱਲੀ ਆ ਵੀ ਮੈਂ ਰੈਤੀ ਪਾਸ ਨਹੀਂ ਹੋਇਆ। ਦੂਸਰੀ ਗੱਲ ਮੈਨੂੰ ਸਭ ਤੋਂ ਵੱਡੀ ਤਸੱਲੀ ਇਹ ਆ ਵੀ ਜਿਸ ਵੀ ਬੰਦੇ ਨੇ ਇਹਨੂੰ ਨਾਵਲ ਨੂੰ ਪੜ੍ਹਿਆ, ਕਿਉਂਕਿ ਹਰ ਚੀਜ਼ ਜਿਹੜੀ ਆ ਗੀਤ ਲਾ ਲਓ ਜਾਂ ਮਤਲਬ ਤੁਸੀਂ ਫਿਲਮ ਲਾ ਲਓ ਕੋਈ, ਉਹ ਇੱਕ ਐਂਟਰਟੇਨਮੈਂਟ ਹੁੰਦੀ ਹੈ। ਐਂਟਰਟੇਨਮੈਂਟ ਦਾ ਮਤਲਬ ਹੈ ਬੰਦੇ ਨੇ ਉਹਨੂੰ ਪੜ੍ਹਨਾ, ਜਿਸ ਵੀ ਬੰਦੇ ਨੇ ਉਹਨੂੰ ਸੁਣਨਾ ਉਹਨੂੰ ਰੌਚਕ ਲੱਗੇ, ਨਾ ਕਿ ਉਹਨੂੰ ਇਹ ਆ ਵੀ ਉਹਦੇ ਵਿੱਚ ਅਸੀਂ ਕੀ ਇਹਦੇ ਬੰਦੇ ਨੇ ਖਾਮੀਆਂ ਕੀਤੀਆਂ, ਕੀ ਇਹਨੇ ਦੇ ਵਿੱਚ ਯਾਰ ਆਹ ਕੀ ਬਾੜ ਦਿੱਤਾ, ਆਹ ਕੀ ਬਾੜ ਦਿੱਤਾ। ਬਈ ਭਾਈ ਮੈਂ ਤਾਂ ਜਿੱਲੇ ਦਾ ਪੜ੍ਹਿਆ, ਇਹਨੂੰ ਪੜ੍ਹ ਕੇ ਹੀ ਛੱਡਿਆ। ਸਵਾਲ ਇਹ ਹੁੰਦਾ ਹੈਗਾ, ਮੈਂ ਬਹੁਤ ਮੰਨਦਾ ਇਹਦੇ ਵਿੱਚ ਵੀ ਬਹੁਤੀਆਂ ਚੀਜ਼ਾਂ ਜਿਹੜੀਆਂ ਟਿਰਕੀਆਣਾ ਸਾਹਿਬ ਨੇ ਕਹੀਆਂ ਹੈਗੀਆਂ, ਉਹ ਮਤਲਬ ਜੇ ਆਪਾਂ ਹੁਣ ਸਾਰੀਆਂ ਚੀਜ਼ਾਂ ਨੂੰ ਕਾਨੂੰਨੀ ਤੌਰ ਤੇ ਆਪਾਂ ਦੇਖਣਾ ਹੋਵੇ ਤਾਂ ਫਿਰ ਉਹ ਰਚਨਾ ਜਿਹੜੀ ਹੈਗੀ ਆ ਉਹ ਕਿਸੇ ਹੋਰ ਪਾਸੇ ਵੱਲ ਨੂੰ ਚਲੀ ਜਾਊਗੀ। ਜਿੱਥੋਂ ਤੱਕ ਮੈਂ ਉਹਨੂੰ ਇੱਕ ਸਪੋਰਟਸਮੈਨ ਦੇ ਤੌਰ ਤੇ, ਜਿੱਥੋਂ ਤੱਕ ਮੈਂ ਚਲੋ ਇਹਦੇ ਬਾਰੇ ਕੋਈ ਬਹੁਤੀ ਗੱਲ ਨਹੀਂ ਕਰਨਾ ਚਾਹੁੰਦਾ, ਕਿਉਂਕਿ ਤਾਂ ਉਹਨਾਂ ਨੂੰ ਮਤਲਬ ਸੱਜਣਾ। ਰਹੀ ਗੱਲ ਹੁਣ ਲਾਸਟ ਦੀ, ਜਿੱਥੋਂ ਤੱਕ ਮਤਲਬ ਟਿਰਕੀਆਣਾ ਸਾਹਿਬ ਨੇ ਕਿਹਾ, ਕਿਉਂਕਿ ਮੇਰੇ ਆਪਣੇ ਇੱਕ ਵਿਚਾਰ ਦੇ ਵਿੱਚ ਜਿਹੜਾ ਉਹਨੂੰ ਵਾਰਸ ਸਿੱਧ ਕਰਨ ਦਾ ਮਤਲਬ ਸੀ, ਉਹਦਾ ਆਪਣਾ ਬੱਚਾ ਸੀ। ਦੂਸਰਾ, ਅਗਰ ਮੈਂ ਉਹਨਾਂ ਨੂੰ ਜਿਉਂਦੇ ਰੱਖਦਾ ਫਿਰ ਉਹ ਕਾਨੂੰਨੀ ਲੜਾਈ ਲੜਦੇ, ਫਿਰ ਉਹ ਗਾਹਾਂ ਤੱਕ ਜਾਂਦੇ। ਉਹ ਮਤਲਬ ਕਿਉਂਕਿ ਮੈਂ ਮੰਨਦਾ ਇਹਦੇ ਵਿੱਚ ਮਤਲਬ ਮੇਰੀ ਕੋਈ ਜਲਦਬਾਜ਼ੀ ਕਹਿ ਲਓ ਜਾਂ ਮਤਲਬ ਮੇਰਾ ਕੋਈ ਕਾਹਲਪਨ ਕਹਿ ਲਓ, ਪਰ ਮੈਨੂੰ ਨਹੀਂ ਲੱਗਾ ਕਿ ਉੱਥੋਂ ਮੈਂ ਗਾਂ ਜਿਹੜਾ ਹੈਗਾ ਇਸ ਨੂੰ ਕਿਸੇ ਢੰਗ ਨਾਲ ਤੋੜ ਸਕਾਂ। ਕਿਉਂਕਿ ਜਿੱਥੋਂ ਤੱਕ ਇਹ ਨਹੀਂ ਗੱਲ ਕਹੀ ਨਾ ਵੀ ਉਹ ਭੁੱਬਾ ਮਾਰ ਕੇ ਰੋਈ, ਉਹ ਭੁੱਬਾ ਮਾਰ ਕੇ ਪੇ ਨੂੰ ਨਹੀਂ ਰੋਈ, ਉਹ ਭੁੱਬਾ ਮਾਰ ਕੇ ਰੋਈ ਸੀ ਦੇਬੂ ਨੂੰ ਤਾਂ ਉਹਦੀ ਛਿੰਦਰੀ ਨੂੰ। ਇਹ ਸਮਝੀ ਲੋਕ ਕਰੋ, ਜੇ ਉਹਨੇ ਮੋਰੇ ਉਹਨੂੰ ਕਹਿਤਾ ਵੀ ਮੇਰਾ ਪੇ ਨਹੀਂ, ਉਹ ਭੁੱਬਾ ਮਾਰ ਕੇ, ਕਿਉਂਕਿ ਤਿੰਨੇ ਮਰੇ ਆ, ਉਹਨੂੰ ਜ਼ਿਆਦਾ ਦੁੱਖ ਜਿਹੜਾ ਹੈਗਾ ਆਪਣੇ ਉਹ ਦੇਬੂ ਦਾ ਤਾਂ ਜਾਂ ਉਹ ਛਿੰਦਰੀ ਦਾ। ਸੋ ਇੱਕ ਪਾਤਰ ਨੂੰ ਕਿਸੇ ਨੇ ਇੱਥੇ ਨਹੀਂ ਉਘਾੜਿਆ, ਸ਼ਰਨ ਨੂੰ, ਉਹਦੀ ਸਹੇਲੀ ਆ ਵੀ ਭਾਈ ਤੂੰ ਹੁਣ ਇੱਕ ਜੰਗ ਤਾਂ ਉੱਥੇ ਜਿੱਤ ਗਿਆ, ਇੱਕ ਜੰਗ ਤੇਰੇ ਸਾਹਮਣੇ ਆ। ਇੱਧਰ ਤੇਰੀ ਭੈਣ ਆ ਪੀੜਤ ਹੋਈ ਆ, ਉਧਰ ਤੇਰੀ ਜਿਹੜੀ ਲਵਰ ਹੈਗੀ ਆ, ਉਹ ਦੋਨੇ ਮਾਮਾ ਧੀਆਂ ਪੀੜਤ ਹੋਈਆਂ ਹੈਗੀਆਂ। ਤੂੰ ਉੱਠ ਕੇ ਤੁਰ, ਨਾਲ ਤੁਰ, ਮੈਂ ਵੀ ਤੇਰੇ ਨਾਲ ਤੁਰ। ਉਹ ਜਿੱਦਾਂ ਜਿੱਦਾਂ ਮਤਲਬ ਇਹ ਕਹਾਣੀ ਬਣਦੀ ਗਈ ਆ, ਜਾਂ ਉੱਥੇ ਕਾਲਜ ਦੇ ਵਿੱਚ ਵੀ ਉਹ ਉਸ ਕੁੜੀ ਨੂੰ ਸਪੋਰਟ ਕਰਦੀ ਔਰ ਉਹਨੂੰ ਮਤਲਬ ਸਹੀ ਢੰਗ ਦੇ ਨਾਲ ਉਹਨੂੰ ਮਤਲਬ ਗਾਈਡਲਾਈਨ ਦਿੰਦੀ ਰਹੀ ਆ। ਇਹ ਚੀਜ਼ ਜਿਹੜੀ ਹੈਗੀ ਆ ਨਾ, ਉਹ ਕਿਸੇ ਨੇ ਵੀ ਇੱਥੇ ਮਤਲਬ ਨਹੀਂ ਛੋਈ। ਚਲੋ ਮਤਲਬ ਕੋਈ ਨਹੀਂ, ਫੇਰ ਵੀ ਚਲੋ ਮੈਂ ਜਿੰਨੀਆਂ ਵੀ ਕਮੀਆਂ ਹੈਗੀਆਂ ਮਤਲਬ ਮੇਰੀ ਇਸ ਕਿਤਾਬ ਦੇ ਵਿੱਚ, ਪਰ ਉਹਦੇ ਨਾਲੋਂ ਜ਼ਿਆਦਾ ਵੀ ਮੈਨੂੰ ਖੁਸ਼ੀ ਇਸ ਗੱਲ ਦੀ ਆ ਵੀ ਬਹੁਤ ਬੰਦਿਆਂ ਨੇ ਜਿਨ੍ਹਾਂ ਨੇ ਪੜ੍ਹਿਆ, ਘੱਟੋ ਘੱਟ ਇਹਨਾਂ ਦਾ ਪੜ੍ਹਿਆ ਨਾ ਵੀ ਅਸੀਂ ਜੀ ਇਹਨੂੰ ਪੜ੍ਹ ਕੇ ਹੀ ਛੱਡਿਆ। ਮੈਂ ਉਹਨਾਂ ਨੂੰ ਪੂਰਾ ਕਰਨ ਦਾ ਯਤਨ ਕਰਾਂਗਾ। ਤੇ ਇੱਕ ਵਾਰੀ ਫੇਰ ਮੇਰੀ ਇਸ ਪਹਿਲੇ ਨਾਵਲ ਦੇ ਯਤਨ ਦੇ ਵਿੱਚ ਤੁਸੀਂ ਇੰਨੇ ਸਾਰੇ ਇੱਥੇ ਇਕੱਠੇ ਹੋਏ ਆ, ਆਪਣੇ ਬਹੁਤ ਹੀ ਬੜੇ ਮੁੱਲੇ ਵਿਚਾਰਾਂ ਦੇ ਨਾਲ ਮੈਨੂੰ ਮਾਣ ਬਖਸ਼ਿਆ। ਮੈਂ ਤੁਹਾਡਾ ਬਹੁਤ ਹੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ।